आप देख रहे हो बिल्कुल रियल स्थान है। इसी स्थान पे इन्होंने अपने प्राण त्यागे थे और इसी स्थान पे इनको पानी पिलाया गया था। उससे पहले यहाँ पे एक पाठ किया था विष्णु शास्त्र नाम का। हजारों की संख्या में जो लोग आते हैं इनका पाठ करने के लिए। साउथ के लोग आते हैं, तमिल से आते हैं, ऑस्ट्रेलिया। इन्होंने बोला कि अर्जुन ने मेरी बाणों की सैया बनाई है, तो अर्जुन ही मेरी प्यास। सत श्री अकाल जी आप सब ਨੂੰ ਤਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਬਾਣ ਗੰਗਾ ਜਾਂ ਇਹਨੂੰ ਵਿਸ਼ਮ ਕੁੰਡ ਵੀ ਕਹਿ ਸਕਦੇ ਹਾਂ, ਜੋ ਕਿ ਕੁਰਸ਼ੇਤਰ ਦੇ ਨਰਕਤਾਰੀ ਪਿੰਡ ਦੇ ਵਿੱਚ ਹੈ। ਤਾਂ ਚਲਦੇ ਹਾਂ ਜੀ ਇਹਦੇ ਅੰਦਰ। ਹਾਂਜੀ ਆ ਗਏ ਜੀ ਆਪਾਂ ਵਿਸ਼ਮ ਕੁੰਡ। ਉਸ ਜਗ੍ਹਾ ਦੇ ਉੱਤੇ ਆ ਗਏ ਜਿੱਥੇ ਅਰਜੁਨ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀਗਾ ਨਾ ਜ਼ਮੀਨ ਦੇ ਵਿੱਚੋਂ, ਭੀਸ਼ਮ ਪਿਤਾਮਹ ਜੀ ਨੂੰ ਉਹ ਦਿੱਤਾ ਸੀਗਾ। ਇਹ ਕੋਈ ਚੱਲ ਰਿਹਾ ਮੰਤਰ ਚੱਲ ਰਹੇ ਨੇ ਪੂਰੇ। ਆਵਾਜ਼ ਪਿੱਛੇ ਕਾਫੀ ਆ ਰਹੀ ਹੈ, ਪਰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਕਿ ਨਹੀਂ, ਬਟ ਥੋੜਾ ਜਿਹਾ ਐਡਜਸਟ ਕਰ ਲੈਣਾ। ਤਾਂ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਉਹ ਜਗ੍ਹਾ। ਲੋ ਜੀ ਆਪਾਂ ਪਹੁੰਚ ਗਏ ਜੀ ਭੀਸ਼ਮ ਕੁੰਡ, ਜਿਸ ਜਗ੍ਹਾ ਦੇ ਉੱਤੇ ਤੀਰ ਮਾਰ ਕੇ ਇੱਕ 52 ਸ਼ਸਤਰ ਸੀਗਾ, ਜੋ ਤੀਰ ਸੀਗਾ ਅਰਜੁਨ ਕੋਲ, ਉਹ ਮਾਰਿਆ ਗਿਆ ਸੀਗਾ। ਤਾਂ ਇੱਕ ਚੀਜ਼ ਮਨ ਦੇ ਵਿੱਚ ਆਉਂਦੀ ਹੈ ਕਿ ਜਿਵੇਂ ਜੋ ਬ੍ਰਹਮਾ ਜੀ ਆਪਣਾ ਭੀਸ਼ਮ ਪਿਤਾਮਹ ਜੀ ਨੇ, ਇਹਨਾਂ ਦੀ ਜ਼ਿੰਦਗੀ ਔਰ ਮੌਤ ਇਹਨਾਂ ਦੇ ਆਪਣੇ ਹੱਥ ਵਿੱਚ ਸੀਗੇ। ਇਹਨਾਂ ਨੂੰ ਵਰਦਾਨ ਮਿਲਿਆ ਹੋਇਆ ਸੀਗਾ ਕਿ ਜੋ ਜਦ ਇਹ ਚਾਹਣਗੇ ਉਸ ਟਾਈਮ ਆਪਣਾ ਪ੍ਰਾਣ ਛੱਡ ਸਕਦੇ ਨੇ, ਲੇਕਿਨ ਫਿਰ ਵੀ ਇਹਨਾਂ ਦੀ ਇਹ ਹਾਲਤ ਕਿਵੇਂ ਹੋ ਗਈ। ਇੱਕ ਮਹਾਨ ਬਹੁਤ ਮਹਾਨ ਯੋਧਾ ਸੀਗੇ, ਇਹਨਾਂ ਦਾ ਪਾਂਡਵਾਂ ਨਾਲ ਜ਼ਿਆਦਾ ਪਿਆਰ ਸੀ, ਲੇਕਿਨ ਜਦੋਂ ਯੁੱਧ ਹੋਇਆ ਤਾਂ ਇਹਨਾਂ ਨੂੰ ਕੌਰਵਾਂ ਦੀ ਤਰਫ ਤੋਂ ਲੜਨਾ ਪੈ ਗਿਆ। ਤਾਂ ਪਾਂਡਵਾਂ ਨੇ ਵੀ ਵੇਖਿਆ ਸੀਗਾ ਕਿ ਇਹਨਾਂ ਨੂੰ ਹਰਾਣਾ ਬਹੁਤ ਔਖਾ ਹੈ। ਇਹਨਾਂ ਨੇ ਕੀ ਕੀਤਾ, ਇੱਕ ਇਹਨੂੰ ਉਸ ਟਾਈਮ ਦੇ ਹਿਸਾਬ ਨਾਲ ਚਾਲ ਮੰਨ ਲਓ ਜਾਂ ਜਿਵੇਂ ਮਰਜ਼ੀ ਕਰ ਲਓ, ਕਿਉਂਕਿ ਸਿਆਸਤ ਔਰ ਰਾਜਨੀਤੀ ਉਸੇ ਟਾਈਮ ਤੋਂ ਚੱਲਦੀ ਆਈ ਹੈ। ਜੋ ਭੀਸ਼ਮ ਪਿਤਾਮਹ ਜੀ ਸੀਗੇ, ਇਹਨਾਂ ਨੂੰ ਨਾ ਕੋਈ ਨਰ ਮਾਰ ਸਕਦਾ ਸੀਗਾ ਨਾ ਕੋਈ ਨਾਰੀ। ਤਾਂ ਫਿਰ ਉਹਨਾਂ ਨੇ ਨਾ ਇੱਕ ਸ਼ਿਰਖੰਡੀ ਭੇਜ ਦਿੱਤੀ। ਸ਼ਿਰਖੰਡੀ ਕੌਣ ਸੀ? ਸ਼ਿਰਖੰਡੀ ਸੀ ਕਿ ਜੋ ਨਾ ਨਰ ਸੀ ਨਾ ਨਾਰੀ ਸੀ। ਤਾਂ ਉਹਨੂੰ ਜਦ ਵੇਖਿਆ ਇਹਨਾਂ ਨੇ, ਤਾਂ ਭੀਸ਼ਮ ਪਿਤਾਮਹ ਜੀ ਨੇ ਹਥਿਆਰ ਛੱਡਤੇ ਸੀਗੇ, ਕਿਉਂਕਿ ਉਹ ਕਹਿੰਦੇ ਸੀ ਕਿ ਸਿਰਫ ਮੈਂ ਯੋਧੇ ਨਾਲ ਲੜ ਸਕਦਾ। ਤਾਂ ਉਹਨਾਂ ਨੇ ਸ਼ਿਰਖੰਡੀ ਨੂੰ ਦੇਖ ਕੇ ਹਥਿਆਰ ਛੱਡ ਦਿੱਤੇ, ਔਰ ਸ਼ਿਰਖੰਡੀ ਦੀ ਜੋ ਬੈਕ ਸਾਈਡ ਸੀਗੀ ਉਹਦੇ ਤੇ ਅਰਜੁਨ ਸੀ। ਫਿਰ ਉਸ ਜਗ੍ਹਾ ਤੋਂ ਅਰਜੁਨ ਨੇ ਤੀਰ ਚਲਾਏ, ਔਰ ਇਹ ਹਾਲਤ ਵਿੱਚ ਹੋ ਗਏ ਸੀਗੇ ਵੀ ਇਹਨਾਂ ਦਾ ਸਾਰਾ ਸਰੀਰ ਬਿੰਨਿਆ ਗਿਆ ਸੀਗਾ ਤੀਰਾਂ ਦੇ ਨਾਲ। ਤਾਂ ਜਦ ਭੀਸ਼ਮ ਆ ਯੁੱਧ ਦੇ 10ਵੇਂ ਦਿਨ ਦੀ ਗੱਲ ਹੈ, ਜਦ ਮਹਾਭਾਰਤ ਦਾ ਯੁੱਧ ਹੋਇਆ ਉਹਦੇ 10ਵੇਂ ਦਿਨ ਦੀ ਗੱਲ ਹੈ। ਫਿਰ ਭੀਸ਼ਮ ਪਿਤਾਮਹ ਜੀ ਨੇ ਪਾਣੀ ਮੰਗਿਆ ਸੀਗਾ। ਤਾਂ ਜੋ ਕੌਰਵ ਹੈ ਨਾ, ਕੌਰਵ ਤਰ੍ਹਾਂ ਤਰ੍ਹਾਂ ਦੇ ਘੜੇ ਜੋ ਉਹਨਾਂ ਦੇ ਕੋਲ ਸੀਗੇ ਸੋਨੇ ਦੇ ਉਸ ਟਾਈਮ, ਹੈ ਨਾ, ਉਹ ਸਭ ਲੈ ਕੇ ਆਏ ਸੀਗੇ। ਤਾਂ ਇਹਨਾਂ ਨੇ ਉਹਨਾਂ ਕੋਲ ਪਾਣੀ ਪੀਣ ਤੋਂ ਮਨਾ ਕਰ ਦਿੱਤਾ ਸੀਗਾ। ਅਸਲ ਵਿੱਚ ਇਹ ਗੰਗਾ ਪੁੱਤਰ ਸੀ। ਤਾਂ ਇਹਨਾਂ ਨੇ ਫਿਰ ਅਰਜੁਨ ਨੂੰ ਹੀ ਇਸ਼ਾਰਾ ਕੀਤਾ। ਤਾਂ ਅਰਜੁਨ ਨੇ ਫਿਰ ਤੀਰ ਮਾਰਿਆ ਸੀਗਾ ਉਸ ਜਗ੍ਹਾ ਦੇ ਉੱਤੇ, ਜਿਸ ਜਗ੍ਹਾ ਤੇ ਆਪਾਂ ਖੜੇ ਹਾਂ, ਇਸੇ ਜਗ੍ਹਾ ਦੀ ਗੱਲ ਹੋ ਰਹੀ ਹੈ। ਫਿਰ ਆ ਕੁੰਡ ਉਸ ਟਾਈਮ ਦਾ, ਫਿਰ ਇਹਦੇ ਵਿੱਚੋਂ ਜਲ ਦੀ ਜੋ ਧਾਰਾ ਨਿਕਲੀ ਸੀਗੀ ਉਹ ਭੀਸ਼ਮ ਪਿਤਾਮਹ ਜੀ ਦੇ ਮੂੰਹ ਦੇ ਵਿੱਚ ਗਈ ਸੀਗੀ, ਜੋ ਹੁਣ ਤੋਂ ਇਸ ਤਰੀਕੇ ਦੇ ਨਾਲ ਦਿਖਾਈ ਗਈ ਹੈ ਪਿੱਛੇ ਨੂੰ। ਤਾਂ 58 ਦਿਨ ਤੱਕ ਜੋ ਭੀਸ਼ਮ ਪਿਤਾਮਹ ਜੀ ਸੀਗੇ ਉਹ ਇਸ ਤਰੀਕੇ ਨਾਲ 58 ਦਿਨ ਤੱਕ ਸਈਆ ਦੇ ਉੱਤੇ ਪੈ ਰਹੇ ਸੀਗੇ, ਤੀਰਾਂ ਦੀ ਸਈਆ ਦੇ ਉੱਤੇ। ਤਾਂ ਇਹਨਾਂ ਨੇ ਜਦ ਆਪਣੇ ਇਸ਼ਟ ਨੂੰ ਧਿਆਇਆ ਕਿ ਮੈਂ ਤਾਂ ਅੱਜ ਤੱਕ ਕੋਈ ਇੰਨਾ ਮਾੜਾ ਕੰਮ ਕੀਤਾ ਨਹੀਂ, ਤੇ ਮੇਰੀ ਇਹ ਦੁਰਦਸ਼ਾ ਕਿਉਂ ਹੋ ਗਈ। ਤਾਂ ਫਿਰ ਉਹਨਾਂ ਨੇ ਇਹਦੇ ਪਿਛਲੇ ਜੋ ਭੀਸ਼ਮ ਪਿਤਾਮਹ ਜੀ ਨੇ ਉਹਨਾਂ ਦੇ ਪਿਛਲੇ ਜਨਮ ਦੇ ਬਾਰੇ ਗੱਲ ਕੀਤੀ ਕਿ ਵੀ ਪਿਛਲੇ ਜਨਮ ਦੇ ਵਿੱਚ ਤੁਸੀਂ ਸੀਗੇ ਰਾਜਾ। ਤਾਂ ਆ ਕਿਤੇ ਸ਼ਿਕਾਰ ਖੇਲਣ ਗਏ ਤੇ ਰਸਤੇ ਦੇ ਵਿੱਚ ਇੱਕ ਸੱਪ ਆ ਗਿਆ ਸੀਗਾ। ਇਹਨਾਂ ਨੇ ਉਹ ਸੱਪ ਚੱਕ ਕੇ ਝਾੜੀਆਂ ਦੇ ਵਿੱਚ, ਕੰਡਿਆਂ ਦੇ ਵਿੱਚ ਛੱਡ ਦਿੱਤਾ। ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜਿੰਨੇ ਕੰਡੇ ਉਸ ਸੱਪ ਨੂੰ ਲੱਗੇ ਸੀਗੇ ਉਹਨੇ ਹੀ ਤੀਰ ਬਈ ਤੁਹਾਨੂੰ ਲੱਗੇ ਨੇ, ਬਈ ਇਸ ਤੋਂ ਬਾਅਦ ਤੁਹਾਡਾ ਮਤਲਬ ਜੋ ਪਾਪ ਸੀਗੇ ਉਹ ਧੁੱਲ ਗਏ, ਜੋ ਪਿਛਲੇ ਜਨਮ ਦਾ ਪਾਪ ਸੀ। ਫਿਰ ਜਦ 58 ਦਿਨ ਹੋ ਗਏ ਸੀਗੇ ਇਹਨਾਂ ਨੂੰ ਪਏ ਨੂੰ, ਔਰ ਲੜਾਈ ਖਤਮ ਹੋ ਚੁੱਕੀ ਸੀਗੀ, ਇੰਨਾ ਜ਼ਿਆਦਾ ਖੂਨ ਖਰਾਬਾ ਹੋਇਆ ਸੀਗਾ ਇਸ ਥਾਂ ਦੇ ਉੱਤੇ। ਉਹਨੂੰ ਦੇਖ ਕੇ ਜੋ ਪਾਂਡਵਾਂ ਦੇ ਵੱਡੇ ਭਰਾ ਯੁਧਿਸ਼ਟਰ ਸੀਗੇ, ਉਹਨਾਂ ਦਾ ਮਨ ਅਸ਼ਾਂਤ ਹੋ ਗਿਆ ਦੇਖ ਕੇ, ਕਿਉਂਕਿ ਮਰੇ ਤਾਂ ਸਾਰੇ ਆਪਣੇ ਹੀ ਸੀਗੇ ਉਹਦੇ ਵਿੱਚ। ਤਾਂ ਜਦੋਂ ਉਹਨਾਂ ਦੀ ਇਹ ਹਾਲਤ ਦੇਖੀ ਤਾਂ ਸ਼੍ਰੀ ਕ੍ਰਿਸ਼ਨ ਜੀ ਨੇ ਦੇਖਿਆ ਕਿ ਇਹਨਾਂ ਨੂੰ ਕੋਈ ਸਮਝਾ ਨਹੀਂ ਸਕਦਾ। ਫਿਰ ਉਹਨਾਂ ਨੇ ਇੱਕ ਪਰਾਮਰਸ਼ ਦਿੱਤਾ, ਇੱਕ ਐਡਵਾਈਸ ਕੀਤੀ ਸੀ ਕਿ ਤੁਸੀਂ ਭੀਸ਼ਮ ਪਿਤਾਮਹ ਜੀ ਕੋਲ ਜਾਓ। ਫਿਰ ਭੀਸ਼ਮ ਪਿਤਾਮਹ ਜੀ ਨੇ ਇਹਨਾਂ ਨੂੰ ਸਿਆਸਤ ਦੇ ਬਾਰੇ, ਰਾਜ ਕਿਵੇਂ ਕਰਨਾ, ਕਿਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਸੰਭਾਲਣਾ, ਸਭ ਕੁਝ ਇਹਨਾਂ ਨੂੰ ਦੱਸਿਆ ਸੀਗਾ। ਫਿਰ ਉਸ ਥਾਂ ਦੇ ਉਸ ਚੀਜ਼ ਨੂੰ ਪੜ੍ਹ ਕੇ ਜੋ ਯੁਧਿਸ਼ਟਰ ਜੀ ਦਾ ਸੀਗਾ ਉਹ ਮਨ ਸ਼ਾਂਤ ਹੋਇਆ ਸੀਗਾ, ਤੇ ਫਿਰ ਉਹ ਜਾ ਕੇ ਹਸਤਿਨਾਪੁਰ ਰਾਜਾ ਬਣੇ ਸੀਗੇ। ਜੋ ਇਹਨਾਂ ਨੇ ਐਡਵਾਈਸ ਦਿੱਤੀ ਸੀਗੀ ਭੀਸ਼ਮ ਪਿਤਾਮਹ ਜੀ ਨੇ ਉਹਨਾਂ ਨੂੰ, ਉਹਨੇ ਉਨਾ ਹੀ ਕੰਮ ਕੀਤਾ ਜਿੰਨਾ ਸ਼੍ਰੀ ਕ੍ਰਿਸ਼ਨ ਜੀ ਦਾ ਜੋ ਗੀਤਾ ਦਾ ਉਪਦੇਸ਼ ਸੀਗਾ
ਉਹ ਅਰਜੁਨ ਜੀ ਵਾਸਤੇ ਜਿੰਨਾ ਕੁ ਕੰਮ ਉਹਨੇ ਕੀਤਾ ਸੀਗਾ ਉਹਨਾਂ ਕਰ ਜੋ ਯੁਧਿਸ਼ਟਰ ਦਾ ਮਨ ਸ਼ਾਂਤ ਕਰਨਾ ਸੀਗਾ ਉਹਨਾਂ ਹੀ ਕੰਮ ਇਹਨਾਂ ਦੇ ਗਿਆਨ ਨੇ ਦਿੱਤਾ ਸੀਗਾ। ਤਾਂ ਆ ਉਹ ਜਗ੍ਹਾ ਆ ਕੁੰਡ ਬਣਿਆ ਹੋਇਆ ਆ ਪਿੰਡ ਹੈਗਾ ਇੱਕ, ਇਸ ਪਿੰਡ ਦੇ ਵਿੱਚ ਇਹਦਾ ਪਿੰਡ ਦਾ ਨਾਮ ਹੈਗਾ ਨਰਕਤਾਰੀ। ਇਸ ਜਗ੍ਹਾ ਦੇ ਉੱਤੇ ਮੰਦਿਰ ਬਣਿਆ ਹੋਇਆ ਤਾਂ ਕੁਛ ਅੱਜ ਮੰਤਰ ਉਚਾਰਨ ਚੱਲ ਰਹੇ ਨੇ ਇੱਥੇ ਤਾਂ ਲੇਕਿਨ ਹੈ ਕਿ ਬਹੁਤ ਵਧੀਆ ਕਰਕੇ ਜਗ੍ਹਾ ਬਣਾਈ ਹੋਈ ਹੈ। ਅੱਜ ਜੋ ਆਪਾਂ ਆਉਂਦੇ ਆ ਜੋਤੀਸਰ ਨੂੰ ਜਾਂਦੇ ਆ, ਜੋਤੀਸਰ ਵਾਲੇ ਰੂਟ ਤੇ ਹੀ ਬਣਿਆ ਹੋਇਆ ਹੈ ਸਾਰਾ ਕੁਝ। ਤਾਂ ਕਦੀ ਆਓ ਤਾਂ ਇੱਥੇ ਹੋ ਕੇ ਜ਼ਰੂਰ ਜਾਣਾ, ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਕਿਤਾਬਾਂ 'ਚ ਪੜ੍ਹਦੇ ਆਏ ਆ ਨਾ ਹੁਣ ਤੱਕ ਤਾਂ ਉਹ ਅਸਲ ਵਿੱਚ ਦੇਖਣ ਨੂੰ ਇੱਥੇ ਮਿਲ ਰਹੀਆਂ ਨੇ। नमस्कार भैया, अभी हम खड़े हैं बाण गंगा। इसको बाण गंगा के नाम से जाना जाता है, 3 नामों से इसको जाना गया है। बाण गंगा, बाण मार के गंगा निकाली थी अर्जुन ने जब भीष्म पितामह जी को प्यास लगी थी। भीष्म कुंड, बाहर तालाब बना हुआ है पानी वाला, जहां पे अर्जुन ने अपना बाण मारा था शक्तिशाली। और नरकातारी, इस मंदिर के बाहर जो गांव बसा हुआ है ना, उस गांव का नाम है नरकातारी। 3 नामों से इसको जाना जाता है जहां पे हम लोग खड़े हैं अभी। तो ये जो आप देख रहे हो बिल्कुल रियल स्थान है। इसी स्थान पे इन्होंने अपने प्राण त्यागे थे और इसी स्थान पे इनको पानी पिलाया गया। अर्जुन ने बाण मार के धरती से गंगा निकाली थी जब इनको प्यास लगी थी। ये 1 महीना 26 दिन तक बाणों की सैया पे लेटे रहे थे। इनको वरदान मिला हुआ था इच्छा मृत्यु का, अपनी इच्छा से इन्होंने अपने प्राण त्यागे थे। उत्तरायण में मकर संक्रांति के दिन मृत्यु हुआ था इनका। जब इनको प्यास लगी थी भीष्म पितामह जी को, तो इनके कौरव पांडव इनके लिए सोने के घड़े भर भर के लेके आए जल के। इन्होंने किसी के हाथों से जल को स्वीकार नहीं किया, मना कर दिया। इन्होंने बोला कि अर्जुन ने मेरी बाणों की सैया बनाई है तो अर्जुन ही मेरी प्यास बुझा सकते हैं। तो अर्जुन ने इनकी तरफ देखा, अपना बाण निकाल के मारा धरती में। उस बाण का नाम क्या था? पर्जन्य अस्त्र। पर्जन्य अस्त्र, उस अस्त्र को अगर हम कहीं भी मारेंगे तो वो जल निकालेगा। तो अर्जुन ने अपना पर्जन्य अस्त्र निकाल के धरती में मारा। जो बाहर कुंड बना हुआ है उसमें से गंगा निकली थी सीधी इनके मुख में, क्योंकि ये पहले ओपन में थी, ये मंदिर नहीं था, ओपन में थी। तो इसी स्थान पे साउथ के लोग आते हैं इनका पाठ करने। इन्होंने मृत्यु से पहले यहाँ पे एक पाठ किया था विष्णु शास्त्र नाम का। हजारों की संख्या में जो लोग आते हैं इनका पाठ करने के लिए। साउथ के लोग आते हैं, तमिल से आते हैं, ऑस्ट्रेलिया, हर स्टेट से इनका पाठ करने के लिए आते हैं विष्णु शास्त्र नाम का। ये माना जाता है कि ये जो पाठ होता है ना, ये बहुत शक्तिशाली माना जाता है। 13 गुना फल मिलता है। कोई अगर इसकी जगह पे ये पाठ करे तो 13 दिन तक 13 गुना फल मिलता है। तो इसी को ही जाना जाता है बाण गंगा के नाम से। ये बिल्कुल रियल स्थान है। हाँ जी। जैसे जो युधिष्ठिर जी थे, कहा जाता है कि इनका मन शांत हो गया था खून खराबे जैसे इतना हुआ ना, तो इन्हीं के जो कहा जाता है कि इन्हीं के द्वारा उपदेश देने पे वो शांत हुए। हाँ जी, बिल्कुल 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 बिल्कुल। उसके बाद ये हस्तिनापुर में, ये कुरुक्षेत्र में लेटे हुए थे भीष्म पितामह जी यहाँ पे सैया पे। तो इन्होंने बोला मैं जब तक अपने प्राण नहीं त्यागूंगा जब तक हस्तिनापुर जीत अपनी आंखों से नहीं देख लेता मैं। तो फिर कौरव पांडव आए थे वहां से, हस्तिनापुर से जीत के इनके पास, यहाँ पे इनके पास आए। तो जब इन्होंने अपनी मांग की कि मुझे तकिया चाहिए, अर्जुन ने 3 बाण मारे इनके सिर में, इनका तकिया बना दिया। फिर इन्होंने बोला मुझे प्यास लगी है, तो अर्जुन ने फिर अपना बाण निकाल के गंगा निकाल दी थी। फिर इन्होंने सभी के दर्शन करने के बाद अपने प्राण त्यागे थे यहाँ पे। हाँ जी, जय सीताराम जी। आप जय। ਕੁਝ ਗੱਲਾਂ ਜੋ ਸਾਡੇ ਤੋਂ ਰਹਿ ਗਈਆਂ ਸੀਗੀਆਂ ਪੰਡਤ ਜੀ ਨੇ ਦੱਸ ਦਿੱਤੀਆਂ। ਤਾਂ ਹੁਣ ਲੈਂਦੇ ਹਾਂ ਜੀ ਤੁਹਾਡੇ ਤੋਂ ਇਜਾਜ਼ਤ। ਮਿਲਦੇ ਹਾਂ ਆਪਣੀ ਇੱਕ ਨਵੀਂ ਵੀਡੀਓ